ਵਾਹਿਗੁਰੂ जी का खालसा वाहिगुरू जी की फतेह। पंजाब न्यूज़ देख रहे ਸਾਰੇ ਦਰਸ਼ਕਾਂ ਦਾ ਸਵਾਗਤ ਹੈ। मैं हाँ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। पंजाबी यूनिवर्सिटी ਦੇ ਵਿੱਚ ਹੋਈ ਵਿਦਿਆਰਥਣ ਦੀ ਮੌਤ ਉਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਨਸਾਫ ਦੀ ਕੀਤੀ ਮੰਗ ਤੇ ਪ੍ਰੋਫੈਸਰ ਦਾ ਸਾਥ ਦੇਣ ਵਾਲਿਆਂ ਨੂੰ ਪਾਈਆਂ ਲਾਹਨਤਾਂ। ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਲੀਕ ਹੋਣ ਤੋਂ ਬਾਅਦ ਸਿਆਸੀ ਬਵਾਲ ਹੋਇਆ ਤੇਜ਼। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉਤੇ ਚੁੱਕੇ ਸਵਾਲ, ਕਿਹਾ ਸਰਕਾਰਾਂ ਨੇ ਲਾਰੈਂਸ ਬਿਸ਼ਨੋਈ ਨੂੰ ਬਣਾ ਕੇ ਰੱਖਿਆ ਹੋਇਆ ਹੈ ਚੀਫ ਗੈਸਟ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਗੱਪਾਂ ਮਾਰਨ ਦੇ ਵਿੱਚ ਅਕਾਲੀਆਂ ਨੂੰ ਵੀ ਛੱਡਿਆ ਪਿੱਛੇ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਬਿਆਨ, ਕਿਹਾ ਚੀਨ ਦੇ ਨਾਲ ਛੱਡੋ, ਭਾਰਤ ਵਿੱਚ ਵੀ 8ਵੇਂ ਨੰਬਰ ਉੱਤੇ ਹੈ ਪੰਜਾਬ ਦਾ ਉਦਯੋਗ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥਣ ਦੀ ਹੋਈ ਮੌਤ ਬਾਰੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੋਈ ਲੜਕੀ ਦੀ ਮੌਤ ਵਿਦਿਅਕ ਅਦਾਰਿਆਂ ਉੱਤੇ ਸਵਾਲੀਆ ਚਿੰਨ੍ਹ ਖੜਾ ਕਰਦੀ ਹੈ, ਜਿਸ ਤਹਿਤ ਬਾਰੀਕੀ ਦੇ ਨਾਲ ਜਾਂਚ ਕਰਕੇ ਪੰਜਾਬ ਸਰਕਾਰ ਦੋਸ਼ੀ ਅਧਿਆਪਕ ਵਿਰੁੱਧ ਕਾਰਵਾਈ ਕਰਵਾਵੇ। ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ੀ ਕਾਮਰੇਡ ਅਧਿਆਪਕ ਦੇ ਹੱਕ ਦੇ ਵਿੱਚ ਖੜੇ ਹੋਣ ਵਾਲੇ ਲੋਕਾਂ ਨੂੰ ਲਾਹਨਤਾਂ ਪਾਈਆਂ। ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਅੰਦਰ ਜਦੋਂ ਤੋਂ ਸਾਡੇ ਉੱਚ ਵਿਦਿਅਕ ਅਦਾਰਿਆਂ ਦੇ ਵਿੱਚ ਨਿਰੋਲ ਨਾਸਤਕਵਾਦੀ ਲੋਕ ਜਿਹੜੇ ਨੇ ਉਹ ਅਧਿਆਪਨ ਦੇ ਕਿੱਤੇ 'ਚ ਆਏ ਨੇ, ਸਾਡੀ ਵਿੱਦਿਆ ਦਾ ਪੱਧਰ ਇਹ ਬਹੁਤ ਨੀਵਾਂ ਗਿਆ। ਰਿਸ਼ਤਿਆਂ ਦਾ ਘਾਣ ਹੋਇਆ ਹੈ, ਪਰੰਪਰਾਵਾਂ ਦਾ ਘਾਣ ਹੋਇਆ ਹੈ, ਔਰ ਸਾਡੇ ਪੰਜਾਬ ਦੇ ਜਿਹੜੇ ਸਾਡੇ ਵਿਦਿਅਕ ਅਦਾਰੇ ਹੈ ਇਹ ਦਿਨੋਂ ਦਿਨ ਨਿਵਾਨ ਵੱਲ ਗਏ ਨੇ, ਜੋ ਭਾਰੀ ਚਿੰਤਾ ਦਾ ਵਿਸ਼ਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਨੇ ਉਸ ਅਧਿਆਪਕ ਦਾ ਵਿਰੋਧ ਕਰਨ ਦੀ ਬਜਾਏ ਉਸ ਅਧਿਆਪਕ ਦੇ ਹੱਕ ਦੇ ਵਿੱਚ ਨਿਤਰੇ ਨੇ। ਕਿੰਨੀ ਕਮਾਲ ਦੀ ਗੱਲ ਹੈ, ਕਿੰਨੀ ਹੈਰਾਨੀ ਦੀ ਗੱਲ ਹੈ। ਕੌਣ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਆਪਣੀਆਂ ਲੜਕੀਆਂ ਭੇਜੇਗਾ? ਇੱਕ ਪਿੰਡ ਤੋਂ ਉੱਠ ਕੇ ਉਹ ਲੜਕੀ ਪੜ੍ਹਨ ਵਾਸਤੇ ਗਈ, ਉਮੀਦ ਲੈ ਕੇ ਗਈ ਕਿ ਮੈਂ ਆਪਣੇ ਮਾਪਿਆਂ ਨੂੰ, ਆਪਣੇ ਪਿੰਡ ਦੇ ਨੌਜਵਾਨ ਜਿਹੜੀਆਂ ਮੇਰੀਆਂ ਸਾਥਣਾਂ ਉਹਨਾਂ ਨੂੰ ਕੁਝ ਬਣ ਕੇ ਦਿਖਾਵਾਂਗੀ ਪੜ੍ਹ ਕੇ। ਕੌਣ ਭੇਜੇਗਾ ਆਪਣੀਆਂ ਲੜਕੀਆਂ ਨੂੰ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ? ਜੇ ਇਹੋ ਜਿਹੇ ਅਧਿਆਪਕ ਜਿਹੜੇ ਨੇ ਸ਼ਬਦੀ ਬਾਣਾਂ ਦੇ ਰਾਹੀਂ ਇਸੇ ਤਰ੍ਹਾਂ ਹੀ ਉੱਥੇ ਪੜ੍ਹਨ ਵਾਲੀਆਂ ਲੜਕੀਆਂ ਨੂੰ ਜਿਹੜਾ ਹੈ ਉਹ ਬੇਪਰਦ ਕਰਦੇ ਰਹੇ। ਇਸ ਕਰਕੇ ਜਿਹੜੇ ਲੋਕ ਉਹਦਾ ਸਾਥ ਦੇ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਾਣੀ ਦੇ ਵਿੱਚ ਇੱਕ ਸ਼ਬਦ ਹੈ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਅੱਜ ਜੇ ਕਿਸੇ ਹੋਰ ਦੀ ਲੜਕੀ ਦੇ ਨਾਲ ਵਾਪਰਿਆ ਤੇ ਜੇ ਇਹੋ ਜਿਹੇ ਅਧਿਆਪਕਾਂ ਨੂੰ ਨੱਥ ਨਾ ਪਾਈ ਗਈ ਤੇ ਕੱਲ ਨੂੰ ਸਾਡੀਆਂ ਲੜਕੀਆਂ ਦੇ ਨਾਲ ਵੀ ਇਹ ਕੁਝ ਹੋ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਿਹੜੀ ਹੈ ਨਿਰਪੱਖ ਜਾਂਚ ਜਿਹੜੀ ਹੈ ਉਹ ਕਰਵਾਵੇ ਤੇ ਉਸ ਦੋਸ਼ੀ ਅਧਿਆਪਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਜੇ ਵੇਲੇ ਸਿਰ ਅਧਿਆਪਕ ਨੂੰ ਸਜ਼ਾ ਦੇ ਦਿੱਤੀ ਜਾਂਦੀ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਤਾਂ ਸ਼ਾਇਦ ਵਿਦਿਆਰਥੀਆਂ ਨੇ ਇਹ ਕੁਝ ਨਹੀਂ ਕਰਨਾ ਸੀ ਜੋ ਕੁਝ ਕਰਨ ਦੇ ਲਈ ਉਹ ਮਜਬੂਰ ਹੋਏ। ਇਸ ਲਈ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਸੋਸ਼ਲ ਮੀਡੀਆ ਉੱਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਮੋਨੂ ਮਾਨੇਸਰ ਦੇ ਵਿਚਾਲੇ ਗੱਲਬਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਇਸੇ ਦੇ ਵਿੱਚ ਮੋਨੂ ਮਾਨੇਸਰ ਨਾਲ ਉਸ ਦੀ ਗੱਲਬਾਤ ਦੀ ਵੀਡੀਓ ਸਾਹਮਣੇ ਆਈ ਹੈ। ਮੋਨੂ ਮਾਨੇਸਰ ਉੱਪਰ ਫਿਰਕੂ ਦੰਗੇ ਫੈਲਾਉਣ ਦਾ ਇਲਜ਼ਾਮ ਹੈ ਤੇ ਲਾਰੈਂਸ ਦਾ ਵੀਡੀਓ ਕਾਲ ਉੱਤੇ ਗੱਲਬਾਤ ਕਰਨਾ ਵੱਡੇ ਸਵਾਲ ਖੜੇ ਕਰਦਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਘੇਰਿਆ। ਉਹਦੇ 'ਚ ਵੀ ਇੱਕ ਕਨਵਰਸੇਸ਼ਨ ਉਹ ਮੋਨੂ ਮਾਨੇਸਰ ਜਿਹਦੇ ਤੇ ਬੜੇ ਸੀਰੀਅਸ ਕਮਿਊਨਲ ਪੈਸ਼ਨਸ ਨੂੰ, ਕਮਿਊਨਲ ਦੰਗਿਆਂ ਤੇ ਜਿਹਦਾ ਹੱਥ ਮੰਨਿਆ ਜਾ ਰਿਹਾ ਹੈ, ਇਹ ਉਹਦੀ ਵੀਡੀਓ ਹੈ। ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਨਹੀਂ 2 ਇੰਟਰਵਿਊ, ਔਰ ਜਿਹਦੇ ਬਾਰੇ ਡੀਜੀਪੀ ਸਾਹਿਬ ਨੇ ਬੜਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ, ਮਗਰ ਮੂੰਹ ਦੀ ਖਾਣੀ ਪੈ ਗਈ ਕਿਉਂਕਿ ਜਿਹੜੇ ਕਹਿੰਦੇ ਸੀ ਆਹ ਕੱਪੜੇ ਨਹੀਂ ਸੀ, ਆਹ ਹੁਲੀਆ ਨਹੀਂ ਸੀ, ਅਗਲੇ ਦਿਨ ਉਹਨਾਂ ਕੱਪੜਿਆਂ ਤੇ ਉਹਨੇ ਉਸੇ ਹੁਲੀਏ 'ਚ ਲਾਰੈਂਸ ਬਿਸ਼ਨੋਈ ਦੀ ਫੇਰ ਇੰਟਰਵਿਊ ਆ ਗਈ। ਕਿ ਪੰਜਾਬ ਮਹਿਫੂਜ਼ ਹੈ? ਕਿ ਪੰਜਾਬ 'ਚ ਕੋਈ ਇੰਡਸਟਰੀ ਆਊਗੀ?
ਕਿਉਂਕਿ ਰੋਜ਼ ਇਹ ਗੈਂਗਸਟਰ ਜੇਲ੍ਹ 'ਚ ਬੈਠਿਆ ਬਾਹਰਲੇ ਦੇਸ਼ਾਂ 'ਚ ਬਹਿ ਕੇ ਫਿਰੌਤੀ, ਕੰਟਰੈਕਟ ਕਿਲਿੰਗ, ਮਰਡਰ, ਐਕਸਟੋਰਸ਼ਨ, ਇਹ ਰੋਜ਼ ਦਾ ਇਹਨਾਂ ਦਾ ਕੰਮ ਹੈ। ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਇੱਕ ਬੜਾ ਨਾਮੀ ਹਸਪਤਾਲ ਹੈ, ਅਮਨਦੀਪ ਹਸਪਤਾਲ। ਉਹਨਾਂ ਦੇ ਜਿਹੜੇ ਪ੍ਰਮੁੱਖ ਡਾਇਰੈਕਟਰ ਕਹਿ ਦੋ, MD ਕਹਿ ਲਓ, ਡਾਕਟਰ ਅਵਤਾਰ, ਉਹ ਜਨਤਕ ਤੌਰ ਤੇ ਤਾਂ ਨਹੀਂ ਮੰਨਣਗੇ। ਆਮ ਤੌਰ ਤੇ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚਰਚਾ ਕਿ ਉਹਨਾਂ ਨੂੰ ਪਿਛਲੇ 6 ਮਹੀਨੇ ਪਹਿਲਾਂ ਗਨਮੈਨ ਦਿੱਤੇ ਗਏ, ਔਰ ਗਨਮੈਨ ਇਸ ਲਈ ਦਿੱਤੇ ਗਏ ਕਿਉਂਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦਾ ਉਹਨਾਂ ਨੂੰ 2 ਕਰੋੜ ਫਰੌਤੀ ਮੰਗਣ ਦਾ ਫੋਨ ਆਇਆ। 2 ਉਹਨਾਂ ਨੇ ਬੁਲਟ ਪ੍ਰੂਫ ਗੱਡੀਆਂ ਉਹਨਾਂ ਨੂੰ ਕਰਾਉਣੀਆਂ ਪੈ ਗਈਆਂ, ਔਰ ਅਖੀਰ 'ਚ ਪੁਲਿਸ ਉਹਦੇ 'ਚ ਫੇਲ ਹੋਈ, ਔਰ ਉਹਨਾਂ ਨੇ, ਉਹ ਫੇਰ ਨਹੀਂ ਮੰਨਣਗੇ ਗੱਲ, ਮਗਰ ਆਮ ਹੀ ਹੈ ਕਿ ਉਹਨਾਂ ਨੇ ਅਖੀਰ 'ਚ ਉਹ ਜਿਹੜੀ ਫਰੌਤੀ ਸੀ ਉਹ ਦਿੱਤੀ, ਔਰ ਫੇਰ ਜਾ ਕੇ ਕਿਤੇ ਉਹਨਾਂ ਦਾ ਕੋਈ ਟਿਕਟਕਾ ਹੋਇਆ। ਦਿਸ ਇਜ਼ ਦ ਰਿਐਲਿਟੀ। ਕੋਈ ਬੋਲਦਾ ਨਹੀਂ, ਡਰਦਾ ਨਹੀਂ ਬੋਲਦਾ, ਕਿਉਂਕਿ ਪਰਚਾ ਹੋ ਜਾਊਗਾ। ਦੇ ਦਿਓ ਮੇਰੇ ਤੇ ਭਾਈ ਪਰਚਾ, ਕਿਸੇ ਦੇ ਦੇ ਦਿਓ, ਬਟ ਦ ਟਰੂਥ ਵਿਲ ਨਾਟ ਰਿਸਟ੍ਰਿਕਟਡ। ਔਰ ਮੈਂ ਅੱਜ ਫੇਰ ਕਹਿਣਾ ਕਿ ਜੇ ਹਾਈ ਸਿਕਿਉਰਿਟੀ ਜੇਲ੍ਹ ਦਾ ਇਹ ਹਾਲ ਹੈ ਤੇ ਦੂਜੀਆਂ ਜੇਲ੍ਹਾਂ ਦਾ ਕੀ ਹਾਲ ਹੋਊਗਾ? ਕੀ ਇਹ ਦਿੱਲੀ ਮਾਡਲ ਹੈ? ਦਿੱਲੀ 'ਚ ਬੈਠਿਆ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਦਾ ਇੱਥੇ ਮਰਡਰ ਕਰਾਤਾ, ਪਲਾਟ ਕੀਤਾ, ਪਲਾਨ ਕੀਤਾ, ਐਗਜ਼ੀਕਿਊਟ ਕੀਤਾ। ਸਰਕਾਰਾਂ ਦੋਵੇਂ ਦਿੱਲੀ ਦੀਆਂ, ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੀ ਸੁੱਤੀ ਰਹਿ ਗਈ। ਅੱਜ ਮੈਂ ਫੇਰ ਕਹਿਣਾ, ਉਹਨੂੰ ਚੀਫ ਗੈਸਟ ਬਣਾ ਕੇ ਤੁਸੀਂ ਰੱਖਿਆ ਹੈ ਭਗਵੰਤ ਮਾਨ ਜੀ, ਸਪੈਸ਼ਲ ਸਟੇਟ ਗੈਸਟ ਬਣਾ ਕੇ ਰੱਖਿਆ। ਯੂ ਨੀਡ ਟੂ ਰਿਜ਼ਾਈਨ, ਕਿਉਂਕਿ ਜੇਲ੍ਹਾਂ ਤੁਹਾਡੇ ਦੇ ਕੋਲੋਂ ਮਹਿਕਮਾ ਹੈ। ਜਦੋਂ ਵੀ ਅਕਾਲੀ ਦਲ ਨੂੰ ਆਪਣੀ ਸਿਆਸੀ ਜ਼ਮੀਨ ਖੁੱਸਦੀ ਹੋਈ ਨਜ਼ਰ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਅਕਸਰ ਹੀ 1984 ਕਤਲੇਆਮ ਦਾ ਮੁੱਦਾ ਚੁੱਕ ਕੇ ਕਾਂਗਰਸ ਨੂੰ ਘੇਰਿਆ ਜਾਂਦਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ 1984 ਕਤਲੇਆਮ ਕਾਂਗਰਸ ਦੇ ਵੱਲੋਂ ਕਰਵਾਇਆ ਗਿਆ ਸੀ, ਪਰ ਖੁਦ ਨੂੰ ਪੰਥ ਪ੍ਰਸਤ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਪਾਰਟੀ ਦੱਸਣ ਵਾਲੀ ਅਕਾਲੀ ਦਲ ਦੇ ਵੱਲੋਂ ਵੀ ਘੱਟ ਕਾਰਗੁਜ਼ਾਰੀ ਨਹੀਂ ਵਿਖਾਈ ਗਈ। ਜਿਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਦੇ ਵੱਲੋਂ ਸਿੱਖਾਂ ਦਾ ਕਤਲੇਆਮ ਜਾਂ ਫਿਰ ਇੰਜ ਕਹਿ ਲਈਏ ਕਿ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਨ ਵਾਲੇ ਸੁਮੇਧ ਸੈਣੀ ਨੂੰ ਪੰਜਾਬ ਦਾ DGP ਲਾਇਆ ਗਿਆ ਸੀ। ਖੈਰ, ਅੱਜ ਦੀ ਗੱਲ ਕਰਦੇ ਹਾਂ ਕਿ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲੋਕ ਸਭਾ ਦੇ ਵਿੱਚ 1984 ਕਤਲੇਆਮ ਦਾ ਮੁੱਦਾ ਚੁੱਕ ਕੇ ਇੱਕ ਵਾਰ ਫਿਰ ਕਾਂਗਰਸ ਨੂੰ ਘੇਰਿਆ ਗਿਆ। That in my time of when in the last years of what I have understood of Parliament, if there was one thing which I saw in my lifetime which I never thought that I would even get a chance to voice in this house, was as a young 18-year-old who saw the murder of democracy, the murder of minorities, and the murder of religious freedom in 1984 when the genocide of the Sikhs took place. As an 18-year-old, I was a victim of this. My community was a victim. It is shocking that in a free and independent India, the state itself, the Congress government, would stoop down to killing an entire generation of Sikhs because of whatever reasons, what they may have thought. This is the Congress which attacked our holy shrines, which put in tanks and bullets into our Akal Takht Sahib, killed innocent people over there, and then murdered thousands of Sikhs. Sir, this state-sponsored genocide is unheard of in the history of our country. And if this government or this government had ensured justice, which after 40 years we have still not got, if they had ensured justice, maybe bigger tragedies would not have happened. Sir, I also ask this government that before we finish and shut the doors of this parliament, this house needs to unanimously condemn the Sikh genocide. No, sir, very important, 2, 3. Unanimously condemn the 1984 Sikh genocide, which has not been done till date, and nor have they received justice till date. Sir, secondly, I would like to point out that women reservation bill must come in. Sir, in our first parliament, in the first Lok Sabha, sir, there were 46%. There were 24 women, sir, and today in the 17th Parliament there are only 78%. Yes, madam. Now, please. Sir, just 2 minutes. Very important, 2, 3 points, sir. Sir, in the first election of our country, 46% women turnout, and now 67, even more than the men. How can women issues be addressed if there is not proper representation? I demand women reservation, sir. ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਵਿਜੀਲੈਂਸ ਵਿਭਾਗ ਨੇ ਫਿਰੋਜ਼ਪੁਰ ਤੋਂ ਫੜਿਆ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਤਕਾਰ ਕੌਰ ਗਹਿਰੀ ਨੂੰ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਸੀ। ਔਰ XML ਜਿਹੜੇ ਫਿਰੋਜ਼ਪੁਰ ਤੋਂ ਸੀਗਾ ਉਹਨਾਂ ਨੂੰ ਤੇ ਉਹਨਾਂ ਦੇ ਹਸਬੈਂਡ ਨੂੰ ਇਹ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ। ਸਾਡੇ ਕੋਲ ਇੱਕ ਇਨਕੁਆਇਰੀ ਚੱਲ ਰਹੀ ਸੀਗੀ ਜਿਹੜੀ ਕਿ ਡਿਸਪ੍ਰੋਪੋਰਸ਼ਨੇਟ ਅਸੈਟਸ ਦੀ ਸੀਗੀ। ਉਹਦੇ ਵਿੱਚ ਇਹ ਐਲੀਗੇਸ਼ਨ ਸੀਗਾ ਵੀ ਇਹਨਾਂ ਨੇ ਆਪਣੀ MLA ਦੀ ਟੈਨਿਓਰ ਦੇ ਵਿੱਚ ਜਿਹੜਾ ਇਹ MLA ਤੇ ਇਹਨਾਂ ਦੇ ਹਸਬੈਂਡ ਨੇ ਮਤਲਬ ਗਲਤ ਤਰੀਕੇ ਦੇ ਨਾਲ ਜਿਹੜਾ ਪੈਸਾ ਕਮਾ ਕੇ ਤੇ ਜਿਹੜਾ ਆਪਣੇ ਜਿਹੜੀ ਇਨਕਮ ਵਗੈਰਾ ਜਾਂ ਜੋ ਵੀ ਪ੍ਰਾਪਰਟੀ ਵਗੈਰਾ ਬਣਾਈ ਉਹ ਸਾਰੀਆਂ ਅਸੀਂ ਬੜੀ ਡਿਟੇਲ ਦੇ ਵਿੱਚ ਜਿਹੜੀ ਪ੍ਰਾਪਰਟੀ ਦੀ ਜਿਹੜੀ ਇਨਕੁਆਇਰੀ ਕੀਤੀ। ਇਨਕੁਆਇਰੀ ਕਰਨ ਤੋਂ ਬਾਅਦ ਜਿਹੜਾ ਸਾਨੂੰ ਜਿਹੜਾ ਸਾਡਾ ਜਿਹੜੇ ਆਪਦੇ ਪੈਰਾਮੀਟਰ ਹੁੰਦੇ ਜਿਸ ਦੇ ਆਧਾਰ ਤੇ ਅਸੀਂ DA ਕੇਸ ਫਿਕਸ ਕਰਦੇ ਹਾਂ ਉਹਦੇ ਤੇ ਇਹਨਾਂ ਦੀ ਕਰੀਬ 5 ਸਾਲ ਦੀ ਜਿਹੜੀ ਇਨਕਮ ਸੀਗੀ ਉਹ 1 ਕਰੋੜ 65 ਲੱਖ ਸਮਥਿੰਗ ਸੀਗੀ ਜੀ। ਤੇ ਜਿਹੜਾ ਉਸ ਪੀਰੀਅਡ ਦਾ ਜਿਹੜਾ ਖਰਚ ਕੀਤਾ ਸੀਗਾ ਇਹਨੂੰ ਉਹ ਕਰੀਬ ਸੀਗਾ ਇਹਦਾ 4 ਕਰੋੜ 49 ਲੱਖ, ਕਰੀਬ 2 ਕਰੋੜ 83 ਲੱਖ ਸਮਥਿੰਗ ਦਾ ਜਿਹੜਾ ਇਹਦਾ ਐਕਸਪੈਂਡੀਚਰ ਸੀਗਾ ਉਹ ਐਕਸਟਰਾ ਸੀਗਾ, ਜਿਹੜਾ ਕਿ ਇਹ ਐਕਸਪਲੇਨ ਨਹੀਂ ਕਰ ਪਾਏ ਵੀ ਇਹਨਾਂ ਕਿਹਨਾਂ ਸੋਰਸਿਸ ਤੋਂ ਇਹ ਬਣਾਇਆ ਹੋਇਆ। ਸੋ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਡਿਸਪ੍ਰੋਪੋਰਸ਼ਨੇਟ ਅਸੈਟਸ ਦਾ ਜਿਹੜਾ FIR ਨੰਬਰ 23 ਜਿਹੜੀ ਉਹ ਦਰਜ ਕਰਕੇ ਤੇ ਇਹਨਾਂ ਨੂੰ ਜਿਹੜਾ ਮੁਕੱਦਮੇ ਵਿੱਚ ਜਿਹੜਾ ਅਸੀਂ ਉਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਜਿਹੜਾ ਫਾਰਮਲੀ ਇਹਨਾਂ ਦੀ ਜਿਹੜੀ ਅਰੈਸਟ ਉਹ ਜਿਹੜੀ ਹੁਣ ਪਾ ਦਾਂਗੇ ਇਹਨਾਂ ਦੀ, ਤੇ ਇਹਦੇ ਵਿੱਚ ਜਿਹੜੀ ਆਪਣੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ ਚੱਲਦੀ ਇਹਨਾਂ ਦਾ ਆਪਾਂ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਜਿੱਥੇ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਵਾ ਬੇਨਾਮੀ ਬਣਾਈਆਂ ਪ੍ਰਾਪਰਟੀਆਂ ਸਾਰੀਆਂ ਅਸੀਂ ਜਿਹੜਾ ਉਹਨਾਂ ਦੀ ਜਾਂਚ ਕਰਾਂਗੇ। ਸਰ 2 ਕਰੋੜ ਤੋਂ ਉੱਪਰ ਤਾਂ ਇਹਨਾਂ ਨੇ ਖਰਚ ਕੀਤਾ ਹੈ ਜੀ, ਬਾਕੀ ਇਹਨਾਂ ਕੋਲ ਕਿੰਨੀ ਬੇਨਾਮੀ ਜਿਹੜੀ ਜਾਇਦਾਦ ਹੈ ਜੀ? ਕੋਈ ਵੇਰਵਾ ਇਕੱਠਾ ਹੋਇਆ? ਵੇਖੋ ਸਾਡੇ ਕੋਲ ਹਾਲ ਦੀ ਘੜੀ DA ਕੇਸ ਦੇ ਵਿੱਚ ਜੋ ਵੀ ਸਾਡੇ ਕੋਲ ਡੇਟਾ ਵਗੈਰਾ ਹੁੰਦਾ ਨਾ ਉਹ ਅਸੀਂ ਪ੍ਰੋਸੈਸ ਕਰਕੇ ਤੇ ਉਹਦਾ ਜੋ ਵੀ ਉਹਦੀ ਵੈਲਿਊ ਵਗੈਰਾ ਹੁੰਦੀ ਉਹ ਅਸੀਂ ਕੱਢ ਲੈਂਦੇ ਹਾਂ। ਲੇਕਿਨ ਜਿਹੜੀ ਹੋਰ ਇਹਨਾਂ ਕੋਲ ਸਾਡੇ ਕੋਲ ਨਹੀਂ ਸਾਡੇ ਧਿਆਨ ਵਿੱਚ ਆਈ ਜਾਂ ਕੋਈ ਹੋਰ ਸਾਨੂੰ ਕਿਸੇ ਹੋਰ ਮਾਧਿਅਮ ਰਾਹੀਂ ਜੇ ਮਿਲਦੀ ਹੈ, ਕੋਈ ਮਿਲ ਵੀ ਗਈ, ਉਹ ਫਿਰ ਅਸੀਂ ਉਹਨੂੰ ਵੀ ਇਹਦੇ ਵਿੱਚ ਉਹਨੂੰ ਉਸ ਤਰ੍ਹਾਂ ਐਗਜ਼ਾਮਿਨ ਕਰਕੇ ਇਨਕਲੂਡ ਕਰਾਂਗੇ। ਸਰ ਹੁਣ ਤੱਕ ਡਾਟੇ ਦੇ ਅਨੁਸਾਰ ਕਿੰਨੇ ਕਰੋੜਾਂ ਰੁਪਏ ਦੀ ਇਹਨਾਂ ਕੋਲ ਜਾਇਦਾਦ ਹੈ? ਨਹੀਂ ਉਹਦੇ 'ਚ ਕੀ ਹੈ ਵੇਖੋ ਜਾਇਦਾਦ ਇਹਨਾਂ ਕੋਲ ਕਾਫੀ ਹੈ। ਜਦੋਂ ਇਹਨਾਂ ਨੇ ਫਸਟ ਟਰਮ ਦੇ ਵਿੱਚ ਜਦੋਂ ਇਹਨਾਂ ਨੇ ਫਾਰਮ ਭਰੇ ਸੀਗੇ ਉਦੋਂ ਸਾਰੀ ਪ੍ਰਾਪਰਟੀ ਡਿਟੇਲ ਵਿੱਚ ਭਰਦੇ, ਉਹਦੇ ਵਿੱਚ ਕੋਈ ਪ੍ਰਾਪਰਟੀ ਨਹੀਂ, ਸਿਰਫ ਐਨਸੈਸਟਰ ਪ੍ਰਾਪਰਟੀ ਥੋੜੀ। ਉਸ ਤੋਂ ਬਾਅਦ ਅਗਲੀ ਟੈਨਿਓਰ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਈ। ਸਰ ਕਿੰਨੀ ਵਧੀ ਗਈ? ਉਹਦੇ ਵਿੱਚ ਇਹਨਾਂ ਨੇ ਸਾਰਾ ਡਿਟੇਲ ਨਹੀਂ ਡਾਟਾ ਕੱਢਿਆ, ਸਿਰਫ ਅਸੀਂ ਕਰੀਬ ਇਹਨਾਂ ਕੋਲ 7-8-10 ਪ੍ਰਾਪਰਟੀਆਂ ਜਿਹੜੀਆਂ ਉਹ ਇਹਨਾਂ ਨੇ ਹੋਰ ਪਰਚੇਜ ਕੀਤੀਆਂ। ਭਗਵੰਤ ਮਾਨ ਨੇ ਝੂਠ ਬੋਲਣ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਨੇ। ਇਹ ਕਹਿਣਾ ਸਾਡਾ ਨਹੀਂ ਬਲਕਿ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਸਾਡਾ ਉਦਯੋਗਾਂ ਨੂੰ ਲੈ ਕੇ ਚੀਨ ਦੇ ਨਾਲ ਮੁਕਾਬਲਾ ਹੈ, ਨਾ ਕਿ ਭਾਰਤ ਦੇ ਪ੍ਰਦੇਸ਼ਾਂ ਦੇ ਨਾਲ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਇਸ ਬਿਆਨ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ, ਉਹਨਾਂ ਅੰਕੜੇ ਵੀ ਪੇਸ਼ ਕੀਤੇ। ਉਹਨਾਂ ਕਿਹਾ ਹੈ ਕਿ ਚੀਨ ਦੇ ਨਾਲ ਮੁਕਾਬਲਾ ਛੱਡੋ, ਭਾਰਤ ਦੇ ਵਿੱਚ ਵੀ ਪੰਜਾਬ 8ਵੇਂ ਨੰਬਰ ਉੱਤੇ ਹੈ। ਕਿ ਆ ਮੇਰੇ ਕੋਲ ਜਿਹੜੇ ਫਿਗਰਸ ਨੇ, ਇੰਡੀਆ ਦੇ ਵਿੱਚ ਵੀ ਪੰਜਾਬ 8ਵੇਂ ਨੰਬਰ ਤੇ ਆ ਇੰਡਸਟਰੀ ਦੇ ਉੱਤੇ। ਆ ਤੁਸੀਂ ਦੇਖ ਸਕਦੇ ਹੋ, ਸ਼ਾਇਦ ਅਪਰੋਕਸੀਮੇਟਲੀ 13,000 ਇੰਡਸਟਰੀਅਲ ਯੂਨਿਟਸ ਆ ਸਿਰਫ ਪੰਜਾਬ ਦੇ ਵਿੱਚ। ਮਤਲਬ ਤਾਮਿਲਨਾਡੂ, ਗੁਜਰਾਤ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ ਸਾਡੇ ਤੋਂ ਅੱਗੇ ਨੇ ਔਰ ਅਸੀਂ 8ਵੇਂ ਨੰਬਰ ਤੇ ਆ ਇੰਡੀਆ ਦੇ ਵਿੱਚ। ਤੇ ਤੁਸੀਂ ਚਲੋ ਇਹ ਕਹਿ ਸਕਦੇ ਕਿ ਅਸੀਂ ਭਾਰਤ ਵਿੱਚ, ਇੰਡੀਆ ਵਿੱਚ ਅਸੀਂ ਤਰੱਕੀ ਕਰਕੇ ਅਸੀਂ ਸਾਰਿਆਂ ਨੂੰ ਬੀਟ ਕਰਾਂਗੇ ਤੇ ਪੰਜਾਬ ਨੂੰ ਨੰਬਰ 1 ਤੇ। ਇਹ ਤਾਂ ਗੱਲ ਕੋਈ ਸਮਝ ਆਉਂਦੀ ਸ਼ੋਭਦੀ ਸੀਗੀ, ਪਰੰਤੂ ਇੰਡਸਟਰੀਅਲਿਸਟ ਬੈਠੇ ਨੇ ਜਿਹੜੇ ਆਪ ਇੰਡਸਟਰੀ ਔਰ ਵਪਾਰ ਬਾਰੇ ਜਾਣਦੇ ਨੇ, ਉਹਨਾਂ ਦੇ ਸਾਹਮਣੇ ਤੁਸੀਂ ਕਹਿ ਰਹੇ ਕਿ ਅਸੀਂ ਤਾਂ ਚਾਈਨਾ ਨੂੰ ਬੀਟ ਕਰਾਂਗੇ। ਹੁਣ ਚਾਈਨਾ ਦੇ ਬਾਰੇ ਮੈਂ ਤੁਹਾਨੂੰ ਥੋੜੇ ਪਹਿਲਾਂ ਤੁਸੀਂ ਫਿਗਰਸ ਦੇਖ, ਪਹਿਲਾਂ ਮੈਂ ਤੁਹਾਨੂੰ ਕੋਟ ਕਰ ਦੇਣਾ ਜਿਹੜੀ ਇਸ ਵਕਤ GDP ਹੈ ਚਾਈਨਾ ਦੀ ਅਤੇ ਵਿਸ਼ਵ ਦੇ ਟੌਪ ਮੁਲਕਾਂ ਦੀ, ਸਟਾਰਟਿੰਗ ਫਰੋਮ USA, ਚਾਈਨਾ, ਜਾਪਾਨ, ਜਰਮਨੀ, 5ਵੇਂ ਨੰਬਰ ਤੇ ਇੰਡੀਆ ਆਉਂਦਾ GDP ਦੇ ਵਿੱਚ। ਔਰ ਚਾਈਨਾ ਦੀ GDP ਕਿੰਨੀ ਹੈਗੀ ਆ? ਲਗਭਗ 20,000 ਬਿਲੀਅਨ US ਡਾਲਰਸ। 20,000 US ਬਿਲੀਅਨ ਡਾਲਰਸ। ਇਹ ਸ਼ਾਇਦ ਜੇ ਆਪਾਂ ਟ੍ਰਿਲੀਅਨ ਚ ਗਿਣਾਂਗੇ ਤਾਂ ਪਤਾ ਨਹੀਂ ਕਿੰਨੀ ਬਣਦੀ, ਮੇਰੇ ਤਾਂ ਗਿਣਤੀ ਤੋਂ ਬਾਹਰ ਹੈਗੀ ਆ। ਇਹਦੇ ਮੁਕਾਬਲੇ ਤੇ ਇੰਡੀਆ ਦੀ ਵੀ ਜਿਹੜੀ ਇਕਨੋਮੀ ਹੈਗੀ ਇਸ ਵਕਤ GDP, ਆਪਾਂ GDP ਇੱਕ ਪੈਰਾਮੀਟਰ ਆ ਜਦੋਂ ਆਪਾਂ ਇਕਨੋਮੀ ਡਿਸਕਸ ਕਰਦੇ ਆ, ਤਾਂ ਇੰਡੀਆ ਦੀ ਚਾਈਨਾ ਦੇ ਮੁਕਾਬਲੇ ਤੇ ਅੱਜ 3740 ਹਜ਼ਾਰ ਬਿਲੀਅਨ US ਡਾਲਰਸ ਹੈਗੀ ਹੈ। ਪਰ ਭਗਵੰਤ ਮਾਨ ਕਹਿੰਦਾ ਸਾਡਾ ਕੰਪੀਟੀਸ਼ਨ
ਚਾਈਨਾ ਦੇ ਨਾਲ ਆ। ਤੇ ਪੰਜਾਬ ਦੀ ਇਸ ਵਕਤ ਆ ਤੁਸੀਂ ਸਨੈਪਸ਼ਾਟ ਦੇਖ ਸਕਦੇ ਆ। ਇਹ ਮੈਂ ਕੋਈ ਖਾਸ ਗੱਲ ਨਹੀਂ ਕੀਤੀ, ਇਹ ਗੂਗਲ ਤੋਂ ਸਿਰਫ ਰਿਸਰਚ ਕੀਤਾ ਤੇ ਸਾਰੇ ਤੱਥ ਜਿਹੜੇ ਉਹ ਸਾਹਮਣੇ ਆ ਜਾਂਦੇ ਨੇ। ਤੇ ਪੰਜਾਬ ਦੀ ਜਿਹੜੀ GSDP ਹੈਗੀ ਆ ਇਸ ਵਕਤ ਜਿਹੜੀ ਲੇਟੈਸਟ ਕੋਟ ਕਰ ਰਿਹਾ ਆ, ਪੰਜਾਬ ਦੀ ਜਿਹੜੀ ਜੇ ਆਪਾਂ ਇਹਨੂੰ ਰੁਪਈਆਂ 'ਚ ਦੇਖਾਂਗੇ ਤਾਂ ਇਹ 6,98,000 ਕਰੋੜ ਰੁਪਏ ਦੀ ਇਕਨੋਮੀ ਆ। GSDP ਜਿਹੜੀ GDP ਹੈਗਾ 6.98 ਲੱਖ ਕਰੋੜ। ਜੇ ਆਪਾਂ ਇਹਨੂੰ ਡਾਲਰਸ ਦੇ ਵਿੱਚ ਕਨਵਰਟ ਕਰਾਂਗੇ ਤਾਂ ਇਹ ਤਕਰੀਬਨ 70 ਬਿਲੀਅਨ ਡਾਲਰਸ ਬਣਦੀ। ਚਾਈਨਾ ਦੀ ਹੈਗੀ ਆ 20,000 ਬਿਲੀਅਨ ਡਾਲਰਸ ਤੇ ਪੰਜਾਬ ਦੀ ਹੈਗੀ ਆ ਸਿਰਫ 70 ਬਿਲੀਅਨ ਡਾਲਰਸ। ਮੈਥਮੈਟਿਕਲੀ ਗਲਤ ਹੋ ਸਕਦਾ, ਸਮਥਿੰਗ ਲਾਈਕ 250 ਗੁਣਾ। ਪੰਜਾਬ ਸਰਕਾਰ ਨੇ ਗ੍ਰੀਨ ਸਟੈਂਪ ਪੇਪਰ ਜਾਰੀ ਕੀਤਾ ਹੈ, ਜਿਸ ਤਹਿਤ ਸਨਅਤਕਾਰਾਂ ਦੀ ਖੱਜਲ ਖੁਆਰੀ ਬੰਦ ਹੋਵੇਗੀ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਵਧੇਰੇ ਜਾਣਕਾਰੀ ਸਾਂਝੀ ਕੀਤੀ। ਸੋ ਇੱਕ ਤੇ ਮਾਨ ਸਾਹਿਬ ਦੀ ਸਰਕਾਰ ਨੇ ਇਹ ਕੀਤਾ ਹੈ ਕਿ ਗ੍ਰੀਨ ਸਟੈਂਪ ਪੇਪਰ, ਇਹ ਕੋਈ ਵੀ ਇੰਡਸਟਰੀਅਲਿਸਟ ਚਾਹਵਾਨ ਆਪਣੀ ਜ਼ਮੀਨ ਖਰੀਦੂਗਾ, ਉਹਦਾ ਖਸਰਾ ਨੰਬਰ ਜਿਹੜਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਉਹ ਤੇ ਪਾ ਦੂਗਾ। ਜ਼ਮੀਨ ਖਰੀਦਣ ਤੋਂ ਵੀ ਪਹਿਲਾਂ ਸਿਰਫ ਜ਼ਮੀਨ ਆਇਡੈਂਟੀਫਾਈ ਕਰਕੇ ਉਹਦੇ ਖਸਰੇ ਇਨਵੈਸਟ ਪੰਜਾਬ ਤੇ ਪਾ ਕੇ ਇਨਵੈਸਟ ਪੰਜਾਬ तमाम तरीके नाल ਉਹਨੂੰ ਵੈਰੀਫਾਈ ਕਰੂਗਾ, ਉਹਨੂੰ ਗੋ ਹੈਡ। ਅਗਰ ਉਹਦਾ ਸਹੀ ਜਗ੍ਹਾ ਤੇ ਆ ਨਾ, ਉੱਥੇ ਜਿਹੜੇ ਮੈਂ 4-5 ਡਿਪਾਰਟਮੈਂਟ ਰਿਪੀਟ ਨਾ ਕਰਾਂ, ਤੁਹਾਡਾ ਵੀ ਟਾਈਮ ਬਚੂਗਾ। ਉਹਨਾਂ ਦੀ ਅਗਰ ਕਿਸੇ ਤਰ੍ਹਾਂ ਦੀ ਆਬਜੈਕਸ਼ਨ ਨਹੀਂ ਹੈ ਤੇ ਉਹ ਉੱਥੋਂ ਕਲੀਅਰੈਂਸ ਮਿਲ ਜਾਂਦੀ ਹੈ ਕਿ ਤੁਸੀਂ ਇਸ ਜ਼ਮੀਨ ਨੂੰ ਖਰੀਦ ਸਕਦੇ ਹੋ। ਪਹਿਲੀ ਗੱਲ ਤੇ ਉਹਦੀ ਜ਼ਮੀਨ ਖਰੀਦਣ ਦੀ ਜਿਹੜੇ ਪ੍ਰਤੀ ਜਿਹੜਾ ਰਿਸਕ ਹੈ ਪੈਸੇ ਦਾ, ਉਹ ਰਿਸਕ ਕਵਰ ਹੋਇਆ। ਦੂਜੀ ਗੱਲ, ਜਦੋਂ ਉਹਨੇ ਜ਼ਮੀਨ ਰਜਿਸਟਰੀ ਕਰਾ ਲਈ ਤੇ ਗ੍ਰੀਨ ਸਟੈਂਪ ਪੇਪਰ ਜਿਹੜਾ ਇੰਟਰੋਡਿਊਸ ਕੀਤਾ ਮਾਨ ਸਾਹਿਬ ਦੀ ਸਰਕਾਰ ਨੇ, ਉਹਦੇ 'ਚ तमाम ਤਰ੍ਹਾਂ ਦੀਆਂ ਉਹ ਜਿਹੜੀਆਂ ਸਹਿਮਤੀਆਂ, ਨੋ ਆਬਜੈਕਸ਼ਨ ਹੈ, ਉਹ ਸਾਰੇ ਕਵਰ ਹੋ ਜਾਣੇ ਆ ਤੇ ਉਹ ਬੰਦਾ ਜਿਹੜਾ ਆ ਇੰਡਸਟਰੀਅਲਿਸਟ ਅੱਗੇ ਜਾ ਸਕਦਾ, ਇੰਡਸਟਰੀ ਵਾਸਤੇ ਆਦਾ, ਤਾਂ ਕਿ ਇੱਕ ਤੇ ਖੱਜਲ ਖਰਾਬੀ ਬਚੀ, ਕੋਈ ਰਿਸ਼ਵਤ ਨਹੀਂ, ਕਿਸੇ ਤਰ੍ਹਾਂ ਦੀ ਉਹਨੂੰ ਪਰੇਸ਼ਾਨੀ ਨਹੀਂ ਤੇ ਕੋਈ ਰਿਸਕ ਨਹੀਂ। ਸਭ ਤੋਂ ਵੱਡੀ ਗੱਲ ਇਹਦੇ 'ਚ ਰਿਸਕ ਵੀ ਹੈ ਕਿ 10 ਕਰੋੜ ਦੀ ਜ਼ਮੀਨ ਮੰਨ ਲਓ ਖਰੀਦ ਲਈ ਤੇ ਉਹ ਜ਼ਮੀਨ ਦੀ ਜਿਹੜੀ ਲੋਕੇਸ਼ਨ ਹੈ ਉਹ ਨੈਸ਼ਨਲ ਹਾਈਵੇ ਜਿਹੜਾ ਆ ਉਹ ਵੀ ਆਬਜੈਕਸ਼ਨ ਲਾ ਸਕਦਾ, এনवायरमेंट ਪੁਆਇੰਟ ਆਫ ਵਿਊ ਨਾਲ ਵੀ, ਜਾਂ ਕੋਈ ਜਿਹੜਾ ਅਰਬਨਾਈਜੇਸ਼ਨ ਹੋਣਾ ਸਰਕਾਰ ਦਾ ਜਾਂ ਪੋਲਿਊਸ਼ਨ ਬੋਰਡ ਦਾ ਕੋਈ ਆਬਜੈਕਸ਼ਨ ਨੂੰ ਲੱਗ ਸਕਦਾ। ਇੱਕ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਦੀ ਸਾਰੀ ਖੱਜਲ ਖਰਾਬੀ ਬਚੀ, ਟਰਾਂਸਪੇਰੈਂਸੀ ਬਚੀ। ਇੱਕ ਤੇ ਇਹ ਗੱਲ। ਦੂਜੀ ਗੱਲ, ਕਿਸੇ ਵੀ ਇੰਡਸਟਰੀ ਨੇ ਜਿਹੜੀ ਐਗਜ਼ਿਸਟੈਂਸ ਇੰਡਸਟਰੀ ਆ ਉਹਨੂੰ ਐਨੂਅਲੀ ਰਿਨਿਊ ਕਰਾਉਣ ਵਾਸਤੇ ਪੰਜਾਬ ਪੋਲਿਊਸ਼ਨ ਬੋਰਡ ਕੋ ਵੀ, ਲੋਕਲ ਬॉडी को भी, ਇਨਵਾਇਰਮੈਂਟ ਡਿਪਾਰਟਮੈਂਟ ਕੋ ਵੀ तमाम ਤਰ੍ਹਾਂ ਦੇ ਦਫ਼ਤਰਾਂ 'ਚ ਚੱਕਰ ਲਾਉਣੇ ਪੈਂਦੇ ਸੀ ਔਰ ਉਹ ਫਿਜ਼ੀਕਲ ਵੈਰੀਫਿਕੇਸ਼ਨ ਵੀ ਉਹਦੀ ਸਾਈਟ ਦੀ ਹੁੰਦੀ ਸੀ। ਉਸ ਚੀਜ਼ ਨੂੰ ਵੀ ਖਤਮ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਐਨੂਅਲ ਰਿਨਿਊ ਹੋਣੀ ਹੈ ਇੰਡਸਟਰੀ, ਜਿਹਦੇ ਤਕਰੀਬਨ 7000 ਇੰਡਸਟਰੀ ਹੁੰਦੀ ਹੈ ਛੋਟੀ ਵੱਡੀ ਪੰਜਾਬ, ਉਹਨਾਂ ਨੇ ਸਿਰਫ ਤੇ ਸਿਰਫ ਇੱਕ ਪੋਰਟਲ ਤੇ ਜਾ ਕੇ ਰਿਨਿਊ ਦੀ ਐਪਲੀਕੇਸ਼ਨ ਪਾਉਣੀ ਆ ਤੇ ਆਟੋਮੈਟਿਕ ਉਹਦੀ ਰਿਨਿਊ ਹੋ ਜਾਣੀ। ਆਮ ਆਦਮੀ ਪਾਰਟੀ ਅੱਜ ਕੱਲ੍ਹ ਰੈਲੀਆਂ ਦੇ ਵਿੱਚ ਰੁੱਝੀ ਹੋਈ ਹੈ, ਜਿਸ ਤਹਿਤ ਅੱਜ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਜਿੱਥੇ ਆਪ ਸਰਕਾਰ ਦੀਆਂ ਤਾਰੀਫਾਂ ਦੇ ਪੁਲ ਬੰਨੇ ਤਾਂ ਉੱਥੇ ਹੀ ਕੇਂਦਰ ਸਰਕਾਰ ਉੱਤੇ ਵੀ ਉਹਨਾਂ ਤੰਜ ਕੱਸਿਆ। ਕੇਜਰੀਵਾਲ ਦਾ ਕਹਿਣਾ ਹੈ ਕਿ ਆਪ ਸਰਕਾਰ ਭਾਜਪਾ ਦੀ ਜੜ मध्य प्रदेश ਦੇ ਵਿੱਚੋਂ ਉਖਾੜ ਕੇ ਰੱਖ ਦੇਵੇਗੀ। अभी देश की सारी विपक्षी पार्टियों ने मिलके 28 विपक्षी पार्टियों ने मिलके एक गठबंधन बनाया है। क्या नाम है उस गठबंधन का? क्या नाम है? जोर से बोलो। इंडिया। आई लव माई इंडिया। आई लव माई इंडिया। ये इतने पागल हो गए इंडिया का नाम सुन के, इतने बौखला गई भी। सत्ता से प्यार करते हैं, कल अगर सत्ता के लिए इनको देश बेचना पड़ा, ये देश भी बेच के खा जाएंगे ये लोग। हमने अपना नाम इंडिया रख लिया तो कहते हैं इंडिया नाम बदलेंगे। कल अगली बार हम अपना नाम भारत रख लेंगे तो भारत भी नाम बदलोगे। कैसी पार्टी है ये?
ये तो गद्दारी है देश के साथ। आप, इंडिया हमारा है, इंडिया हमारे दिल में बसता है। आई लव माई इंडिया। भारत हमारे दिल में बसता है कि नहीं बसता है? भारत माता की। हिंदुस्तान हमारे दिल में बसता है। हिंदुस्तान जिंदाबाद, हिंदुस्तान जिंदाबाद। और आजकल इन्होंने एक और जुमला शुरू किया है, कहते हैं वन नेशन वन इलेक्शन। मैं आपसे पूछना चाहता हूं, नेता काबू नहीं आते किसी के। कब काबू आते हैं नेता? चुनाव में काबू आते हैं। जब चुनाव होता है तब नेताजी आपके सामने हाथ जोड़ के आते हैं, आपके घर का दरवाजा खटखटाते हैं, आपसे बड़ी मीठी मीठी बातें करते हैं। जो आप कहते हो सब चांद मांगोगे, चांद भी देंगे नेताजी। चुनाव में काबू आते हैं नेता। कभी विधानसभा चुनाव होता है, कभी लोकसभा चुनाव होता है, कभी पंचायत चुनाव होता है, कभी नगर निगम का चुनाव होता है। अब ये नेताओं ने, बीजेपी वालों ने मिलकर ठान ली, बोले यार रोज रोज की पचड़ा खत्म करो, 5 ਸਾਲ में अब एक ही चुनाव होगा। ਭਾਰਤ ਵਿੱਚ ਮੋਦੀ ਸਰਕਾਰ ਦੇ ਖਿਲਾਫ ਇੰਡੀਆ ਨਾਮ ਦਾ ਇੱਕ ਗੱਠਜੋੜ ਬਣ ਚੁੱਕਿਆ ਹੈ, ਜਿਸ ਦਾ ਮੁੱਖ ਮਕਸਦ ਭਾਜਪਾ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਹਰਾਉਣਾ ਹੈ। ਇਸ ਗੱਠਜੋੜ ਦੇ ਮੈਂਬਰ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਬਾਰੇ ਵੀ ਅਹਿਮ ਗੱਲ ਕਹੀ। ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਇਸ ਗੱਠਜੋੜ ਤੋਂ ਬਾਅਦ ਦੇਸ਼ ਹੀ नहीं सगों पत्रकार भी आज़ाद होंगे। लेकिन जानते तो आप सब लोग हैं, हम तो चाहते उससे मुक्ति मिलेगी तो आप लोग कितना आजाद होइएगा, और आप लोगों को जो मर्जी, जो अच्छा लगेगा बोलिएगा, जो आपको रहेगा। हम आप सबके पक्ष में हैं, सबको अधिकार है अपने तौर पर बोलने का। जैसे कोई राजनीति करता है उसको अधिकार है, वैसे ही जितने पत्रकार हैं उनको अधिकार है। उनको भी जो देखते हैं उनको अपनी बात रखने का अधिकार है। लेकिन आज अरे बतवा जानो नहीं यार, अरे सबको नियंत्रित कर लिया। बात जानिए, हम लोगों का रिश्ता आज से है सारे पत्रकारों के। जब हम कॉलेज में पढ़ते थे कितना मानते थे, वास्तव को नहीं है। पता कर न लीजिएगा कि जब हम लोग जब पढ़ते थे और जेपी के नेतृत्व में आंदोलन चलाए, कितना लोग ध्यान देते थे एक बार। तो इसलिए जरा जान लीजिए, हम लोग का रिश्ता है और आप लोग नए लोग हैं। आप लोगों को भी हम लोग चाहते हैं खूब आगे बढ़िए, इतना हम चाहते हैं। लेकिन आप लोगों को जबरदस्ती कब्जा किए हुए, तो जैसे ही मुक्ति मिल जाएगी बहुत अच्छा होगा। अभी जो हम लोगों का कॉन्फ्रेंस था, जो इंडिया का बैठक हुआ वहां, तो वहां पर मुंबई में कितने पत्रकार थे मालूम है? 2500 से ज्यादा ही थे। और जब हम अपनी बात कहे, लोग एकदम ताली बजा रहे थे और खुश हो रहे थे सारे पत्रकार। तो सबको ना पता है कि जब इससे मुक्ति मिल जाएगी तो पूरा देश ठीक हो जाएगा और सारे पत्रकार लोग भी आजाद हो। ਚੋਣ ਪ੍ਰਚਾਰ ਮੌਕੇ ਜਿਹੋ ਜਿਹਾ ਝੂਠ ਭਾਜਪਾ ਵਾਲੇ ਬੋਲਦੇ ਨੇ, ਉਸੇ ਤਰ੍ਹਾਂ ਦਾ ਝੂਠ ਕਾਂਗਰਸੀ ਵੀ ਪ੍ਰਚਾਰਦੇ ਨੇ। ਸਰਕਾਰ ਬਣਾਉਣ ਲਈ ਸਭ ਦੇ ਤਰੀਕੇ ਇੱਕੋ ਜਿਹੇ। ਅੱਜ ਗੱਲ ਕਰਦੇ ਹਾਂ ਕਾਂਗਰਸ ਦੀ, ਜਿਨ੍ਹਾਂ ਦੇ ਵੱਲੋਂ ਤੇਲੰਗਾਨਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਵੀ ਤੇਲੰਗਾਨਾ ਦੇ ਲੋਕਾਂ ਦੇ ਨਾਲ ਘਰ ਦੇਣ, ਚੰਗੀ ਸਿੱਖਿਆ, ਚੰਗਾ ਰੁਜ਼ਗਾਰ ਵਰਗੇ ਵੱਡੇ ਵਾਅਦੇ ਕੀਤੇ, ਜਿਸ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਲੋਕਾਂ ਨੇ ਤਾੜੀਆਂ ਵਜਾਈਆਂ। ਇਸ ਤੋਂ ਇਲਾਵਾ ਉੱਥੇ ਰਾਹੁਲ ਗਾਂਧੀ ਨੇ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। 5 लाख रुपए उन परिवारों को जिनके पास घर नहीं है, और 250 स्क्वायर फुट का घर तेलंगाना के जो मूवमेंट में लोग लड़े थे उनके लिए। तेलंगाना में जो भी लोग हैं, शायद आप टीवी पे इसको देख रहे हो, तेलंगाना में जो भी लोग हैं जिनके पास घर नहीं है, आप अच्छी तरह सुनिए। जैसे ही हमारी सरकार आएगी, आपके सिर के ऊपर एक छत आ जाएगी। और जिन लोगों ने स्टेट के लिए लड़ा, उनको 250 स्क्वायर यार्ड का घर मिलेगा। दूसरा वायदा महालक्ष्मी, जो सोनिया जी ने अनाउंस किया। రెండోది మహాలక్ష్మి పథకం సోనియా గాంధీ గారు ప్రకటించారని చెప్పి నేను మనం చేస్తున్నాను। हर महीने महिलाओं के लिए 2500 रुपए। नरेंद्र मोदी जी ने 1000 रुपए का सिलेंडर दिया। हम आपको
500 रुपए का सिलेंडर देने जा रहे हैं। कर्नाटक की महिलाएं आज कर्नाटक की बसों में मुफ्त में जाती हैं। उन्होंने हमें बताया कि आपने हमारी जिंदगी बदल दी। कांग्रेस पार्टी की सरकार आएगी तो तेलंगाना की महिलाएं मुफ्त में बस में घूमेंगी। तीसरा वायदा गारंटी गृह ज्योति 200 यूनिट मुफ्त बिजली। चौथा वायदा युवा विकासम। पांचवा वायदा 4,000 रुपए मंथली पेंशन हमारे बुजुर्ग लोगों को। और आखिरी वायदा रायतू भरोसा 15,000 रुपए हर एकड़ हमारे किसानों को और 12,000 रुपए लेबरों को। कर्नाटक के चुनाव में नरेंद्र मोदी जी ने भाषण दिया, कहा कि कांग्रेस पार्टी अपने वायदे पूरे नहीं करेंगी। हमने कर्नाटक में गारंटी दी थी 5। ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।